ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਉਹਨਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਵੇਚੀ ਜਾ ਸਕਦੀ ਹੈ। ਫੋਨ ਨੰਬਰ ਤੁਸੀਂ ਉਹਨਾਂ ਦੇ ਸਕਰੀਨ ਤੇ ਦੇਖ ਸਕਦੇ ਹੋ। ਤੇ ਹੁਣ ਪਹਿਲਾਂ ਝਾਤ ਪਾਉਂਦੇ ਹਾਂ ਕੁਝ ਖਾਸ ਖਬਰਾਂ ਤੇ। ਚੀਨੀ ਗੁਬਾਰੇ ਨੇ ਜਸੂਸੀ ਦੇ ਲਈ ਅਮਰੀਕੀ ਤਕਨੀਕ ਦੀ ਕੀਤੀ ਸੀ ਵਰਤੋਂ, ਰਿਪੋਰਟ ਵਿੱਚ ਖੁਲਾਸਾ। ਕੈਨੇਡਾ ਦਾ ਲਗਵਾ ਰਹੇ ਹੋ ਸਟੱਡੀ ਵੀਜ਼ਾ ਤਾਂ ਦੱਸ ਦਿੰਦੇ ਹਾਂ ਤੁਹਾਨੂੰ ਕਿ IRCC ਦੀ ਰਿਪੋਰਟ 4 ਮਹੀਨਿਆਂ 'ਚ ਸੈਂਕੜੇ ਭਾਰਤੀਆਂ ਦੀਆਂ ਅਰਜ਼ੀਆਂ ਕਿਸ ਕਾਰਨ ਹੋਈਆਂ ਨੇ ਰੱਦ। ਦੁਨੀਆ ਦੇ ਸਭ ਤੋਂ ਤਾਕਤਵਰ ਬੰਦੇ ਨੂੰ ਇਹ ਗੰਭੀਰ ਬਿਮਾਰੀ, ਵਾਈਟ ਹਾਊਸ ਨੇ ਕੀਤਾ ਵੱਡਾ ਖੁਲਾਸਾ। ਗੱਲ ਕਰ ਰਹੇ ਹਾਂ ਅਮਰੀਕੀ ਰਾਸ਼ਟਰਪਤੀ ਬਾਈਡਨ ਦੀ। ਅਮਰੀਕਾ 'ਚ ਕਾਲੇ ਵਿਅਕਤੀਆਂ ਤੇ ਤਸ਼ੱਦਦ ਕਰਨ ਦੇ ਮਾਮਲੇ 'ਚ 6 ਗੋਰੇ ਪੁਲਿਸ ਅਫਸਰ ਬਰਖਾਸਤ। ਭਿਆਨਕ ਟੱਕਰ ਮਗਰੋਂ ਲੀ ਤੋਂ ਲੱਥੀ ਟ੍ਰੇਨ, ਚਕਨਾਚੂਰ ਹੋਇਆ ਟਰੱਕ, 1.5 ਦਰਜਨ ਦੇ ਕਰੀਬ ਯਾਤਰੀ ਜ਼ਖਮੀ। ਬ੍ਰਿਟਿਸ਼ ਅਦਾਲਤ ਦਾ ਫੈਸਲਾ, ਸ਼ਰਨ ਮੰਗਣ ਵਾਲਿਆਂ ਨੂੰ ਰਵਾਂਡਾ ਭੇਜਣ ਦੀ ਯੋਜਨਾ ਹੈ ਗੈਰ ਕਾਨੂੰਨੀ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ, ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। ਇਸ ਸਾਲ ਦੇ ਸ਼ੁਰੂ ਦੇ ਵਿੱਚ ਅਮਰੀਕਾ ਦੇ ਉੱਪਰੋਂ ਲੰਘਣ ਵਾਲੇ ਚੀਨੀ ਜਸੂਸੀ ਗੁਬਾਰੇ ਵਿੱਚ ਅਮਰੀਕੀ ਤਕਨੀਕ ਦੀ ਵਰਤੋਂ ਕੀਤੀ ਗਈ ਸੀ। ਇਸ ਦੀ ਪੁਸ਼ਟੀ ਵਾਲ ਸਟਰੀਟ ਜਰਨਲ ਨੇ ਬੁੱਧਵਾਰ ਨੂੰ ਕੀਤੀ ਹੈ। ਨੇੜਿਓਂ ਕੀਤੀ ਜਾਂਚ ਦੇ ਮੁੱਢਲੇ ਨਤੀਜਿਆਂ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਚੀਨੀ ਜਸੂਸੀ ਗੁਬਾਰੇ 'ਚ ਅਮਰੀਕੀ ਤਕਨੀਕ ਦੀ ਵਰਤੋਂ ਕੀਤੀ ਗਈ, ਜਿਸ ਕਾਰਨ ਆਡੀਓ ਵਿਜ਼ੂਅਲ ਜਾਣਕਾਰੀ ਇਕੱਠੀ ਕਰਨ 'ਚ ਮਦਦ ਮਿਲੀ। ਵਾਲ ਸਟਰੀਟ ਜਰਨਲ ਨੇ ਅਮਰੀਕੀ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਈ ਅਮਰੀਕੀ ਰੱਖਿਆ ਅਤੇ ਖੂਫੀਆ ਏਜੰਸੀਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਜਸੂਸੀ ਗੁਬਾਰੇ ਨੇ ਤਸਵੀਰਾਂ ਅਤੇ ਹੋਰ ਜਾਣਕਾਰੀ ਇਕੱਠੀ ਕਰਨ ਦੇ ਲਈ ਆਧੁਨਿਕ ਟੈਕਨੋਲੋਜੀ ਦੀ ਵਰਤੋਂ ਕੀਤੀ ਸੀ। ਇਸ ਦੇ ਨਾਲ ਹੀ ਚਾਈਨਾ ਨੇ ਆਪਣੇ ਜਸੂਸੀ ਗੁਬਾਰੇ ਦੇ ਵਿੱਚ ਅਮਰੀਕੀ ਗੀਅਰ ਦੀ ਵਰਤੋਂ ਵੀ ਕੀਤੀ ਸੀ। ਜਾਂਚ ਵਿੱਚ ਅਜਿਹੇ ਕਈ ਸਬੂਤ ਮਿਲੇ ਨੇ ਜੋ ਦੱਸਦੇ ਨੇ ਕਿ ਇਸ ਚੀਨੀ ਗੁਬਾਰੇ 'ਚ ਅਮਰੀਕੀ ਤਕਨੀਕ ਦੀ ਵਰਤੋਂ ਕੀਤੀ ਗਈ ਸੀ। ਜੀ ਹਾਂ, ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਾਂਚ ਵਿੱਚ ਇੱਕ ਗੱਲ ਸਾਫ਼ ਹੋ ਗਈ ਹੈ। ਚੀਨੀ ਗੁਬਾਰੇ ਦਾ ਮਕਸਦ ਜਸੂਸੀ ਕਰਨਾ ਸੀ, ਨਾ ਕਿ ਮੌਸਮ ਦੀ ਨਿਗਰਾਨੀ ਕਰਨਾ, ਜਿਵੇਂ ਕਿ ਚਾਈਨਾ ਨੇ ਦਾਅਵਾ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਦੀ ਸ਼ੁਰੂਆਤ ਵਿੱਚ ਅਮਰੀਕੀ ਫੌਜ ਨੇ ਆਪਣੇ ਤੱਟਵਰਤੀ ਖੇਤਰ ਦੇ ਨੇੜੇ ਚੀਨ ਦੇ ਜਸੂਸੀ ਗੁਬਾਰੇ ਨੂੰ ਡੇਗ ਦਿੱਤਾ ਸੀ, ਜਿਸ ਨਾਲ ਅਮਰੀਕਾ ਚੀਨ ਸੰਬੰਧ ਜਿਹੜੇ ਨੇ ਉਹਨਾਂ 'ਚ ਤਣਾਅ ਪੈਦਾ ਹੋ ਗਿਆ ਸੀ। ਜਸੂਸੀ ਗੁਬਾਰੇ ਨੂੰ ਹੇਠਾਂ ਸੁੱਟਣ ਤੋਂ ਬਾਅਦ ਅਮਰੀਕੀ ਫੌਜ ਨੇ ਦਾਅਵਾ ਕੀਤਾ ਕਿ 3 ਬੱਸਾਂ ਦਾ ਆਕਾਰ ਸੀ। ਗੁਬਾਰੇ ਨੇ ਸਿਗਨਲ ਸਨ, ਜਿਸ ਦੀ ਵਰਤੋਂ ਖੁਫੀਆ ਜਾਣਕਾਰੀ ਇਕੱਠੀ ਕਰਨ ਲਈ ਹੋਈ। ਹਾਲਾਂਕਿ ਚਾਈਨਾ ਨੇ ਅਮਰੀਕਾ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਚਾਈਨਾ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਸੀਗਾ ਕਿ ਇਹ ਸਿਵਲ ਹਵਾਈ ਜਹਾਜ਼ ਹੈ, ਜਿਸ ਦੀ ਵਰਤੋਂ ਮੌਸਮ ਦੀ ਜਾਂਚ ਕਰਨ ਦੇ ਲਈ ਕੀਤੀ ਜਾਂਦੀ ਹੈ। ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਹਾਲ ਹੀ ਵਿੱਚ ਹੈਰਾਨੀਜਨਕ ਅੰਕੜੇ ਜਾਰੀ ਕੀਤੇ ਗਏ ਨੇ, ਜਿਸ ਦੇ ਮੁਤਾਬਕ ਸਾਲ 2018 ਤੋਂ ਮਈ 2023 ਤੱਕ ਭਾਰਤੀ ਵਿਦਿਆਰਥੀਆਂ ਦੇ ਕੁੱਲ 7,528 ਸਟੱਡੀ ਪਰਮਿਟ ਦੀਆਂ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਗਿਆ। ਇਸ ਦੇ ਪਿੱਛੇ ਦਾ ਕਾਰਨ ਅਰਜ਼ੀਆਂ ਦਾ ਫਰਜ਼ੀ ਦਸਤਾਵੇਜ਼ ਸ਼ਾਮਲ ਹੋਣਾ ਦੱਸਿਆ ਜਾ ਰਿਹਾ ਹੈ। ਇਹਨਾਂ ਚੋਂ 595 ਅਰਜ਼ੀਆਂ ਨੂੰ ਇਸ ਸਾਲ ਨਾਮਨਜ਼ੂਰ ਕੀਤਾ ਗਿਆ। ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਇੱਕ ਮਹੀਨੇ ਅੰਦਰ 195 ਮਾਮਲੇ ਸਾਹਮਣੇ ਆਏ ਨੇ, ਜਿਸ ਵਿੱਚ ਫਰਜ਼ੀ ਦਸਤਾਵੇਜ਼, ਗਲਤ, ਗੁੰਮਰਾਹ ਕੁਨ ਜਾਂ ਅਧੂਰੀ ਜਾਣਕਾਰੀ ਸ਼ਾਮਲ ਸੀ। ਨਵੀਂ ਦਿੱਲੀ ਵਿੱਚ ਕੈਨੇਡੀਅਨ ਹਾਈ ਕਮਿਸ਼ਨ ਦੇ ਬੁਲਾਰੇ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਕੈਨੇਡਾ ਸਰਕਾਰ ਕਿਸੇ ਵੀ ਤਰ੍ਹਾਂ ਦੀ ਨਾਗਰਿਕਤਾ ਜਾਂ ਇਮੀਗ੍ਰੇਸ਼ਨ ਧੋਖਾਧੜੀ ਨੂੰ ਬਹੁਤ ਗੰਭੀਰਤਾ ਦੇ ਨਾਲ ਲੈਂਦੀ ਹੈ। ਅਸੀਂ ਆਪਣੇ ਇਮੀਗ੍ਰੇਸ਼ਨ ਨਿਯਮਾਂ ਨੂੰ ਬਰਕਰਾਰ ਰੱਖਣ ਅਤੇ ਧੋਖਾਧੜੀ ਅਤੇ ਗਲਤ ਬਿਆਨਬਾਜ਼ੀ ਤੋਂ ਸਾਡੇ ਸਿਸਟਮ ਦੀ ਰੱਖਿਆ ਕਰਨ ਦੇ ਲਈ ਵਚਨਬੱਧ ਹਾਂ। ਅੰਕੜਿਆਂ ਦੇ ਅਨੁਸਾਰ ਜ਼ਿਆਦਾਤਰ ਅਰਜ਼ੀਆਂ A40 ਤਹਿਤ ਰੱਦ ਕਰ ਦਿੱਤੀਆਂ ਗਈਆਂ ਸਨ। ਕੈਨੇਡੀਅਨ ਇਮੀਗ੍ਰੇਸ਼ਨ ਕਾਨੂੰਨ ਦੇ ਵਿੱਚ ਇਮੀਗ੍ਰੇਸ਼ਨ ਅਤੇ ਰਿਫਿਊਜੀਜ਼ ਪ੍ਰੋਟੈਕਸ਼ਨ ਐਕਟ ਦੀ ਧਾਰਾ 40 ਵਿੱਚ ਗਲਤ ਪੇਸ਼ਕਾਰੀ ਨੂੰ परिभाषित किया गया है। गलत पेशकारी ਦੀਆਂ ਉਦਾਹਰਨਾਂ ਦੇ ਵਿੱਚ ਪਰਿਵਾਰ ਦੇ ਕਿਸੇ ਮੈਂਬਰ ਦਾ ਜ਼ਿਕਰ ਨਾ ਕਰਨਾ, ਪਰਿਵਾਰਕ ਸਥਿਤੀ ਵਿੱਚ ਤਬਦੀਲੀ ਦਾ ਜ਼ਿਕਰ ਨਾ ਕਰਨਾ ਜਾਂ ਫਿਰ ਹੋਰ ਜਿਹੜੇ ਤਜਰਬੇ ਵਾਲੇ ਰੋਜ਼ਗਾਰ ਦੇ ਝੂਠੇ ਦਸਤਾਵੇਜ਼ ਸ਼ਾਮਲ ਨੇ। ਦੱਸਣਯੋਗ ਹੈ ਕਿ ਕੈਨੇਡਾ 'ਚ ਫਰਜ਼ੀ ਦਸਤਾਵੇਜ਼ਾਂ ਦੇ ਮਾਮਲੇ 'ਚ 700 ਤੋਂ ਵੱਧ ਪੰਜਾਬੀ ਵਿਦਿਆਰਥੀ ਤੇ ਜਿਹੜੇ ਉਹਨਾਂ ਤੇ ਡਿਪੋਰਟੇਸ਼ਨ ਦੀ ਤਲਵਾਰ ਲਟਕ ਰਹੀ ਹੈ। ਵਿਦਿਆਰਥੀਆਂ ਦੇ ਨਾਲ ਠੱਗੀ ਕਰਨ ਵਾਲੇ ਟਰੈਵਲ ਏਜੰਟ ਬ੍ਰਿਜੇਸ਼ ਮਿਸ਼ਰਾ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਉਸ ਤੇ ਜਾਲੀ ਦਸਤਾਵੇਜ਼ਾਂ ਦੇ ਆਧਾਰ ਤੇ ਕੈਨੇਡਾ 'ਚ ਦਾਖਲ ਹੋਣ ਦੇ ਨਾਲ ਵਿਦਿਆਰਥੀਆਂ ਨਾਲ ਧੋਖਾਧੜੀ ਕਰਨ ਦੇ ਦੋਸ਼ ਜਿਹੜੇ ਨੇ ਉਹਨਾਂ ਦਾ ਮਾਮਲਾ ਵੀ ਦਰਜ ਕੀਤਾ ਗਿਆ ਹੈ।
ਅਮਰੀਕਾ ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਗਿਣਿਆ ਜਾਂਦਾ ਹੈ। ਇਸ ਤੇ ਰਾਸ਼ਟਰਪਤੀ ਜੋ ਬਾਈਡਨ 80 ਸਾਲ ਦੀ ਉਮਰ ਨੂੰ ਪਾਰ ਕਰ ਚੁੱਕੇ ਨੇ। ਅਜਿਹੇ 'ਚ ਵੱਧਦੀ ਉਮਰ ਦੇ ਨਾਲ ਇਸ ਨਾਲ ਜੁੜੀਆਂ ਸਮੱਸਿਆਵਾਂ ਹੋਣਾ ਆਮ ਗੱਲ ਹੈ। ਉਹ ਅਮਰੀਕਾ ਦੇ ਸਭ ਤੋਂ ਪੁਰਾਣੇ ਰਾਸ਼ਟਰਪਤੀ ਨੇ। ਰਾਸ਼ਟਰਪਤੀ ਬਾਈਡਨ ਸੌਣ ਸਮੇਂ ਸਾਹ ਲੈਣ ਵਿੱਚ ਤਕਲੀਫ ਦੇ ਨਾਲ ਜੂਝ ਰਹੇ ਨੇ। ਇਹੀ ਕਾਰਨ ਹੈ ਕਿ ਉਹਨਾਂ ਨੂੰ ਸੌਣ ਵੇਲੇ CAPA ਦਿੱਤਾ ਜਾਂਦਾ ਹੈ। ਕੈਪਾ ਯਾਨੀ ਕਿ ਕੈਂਪ ਯਾਨੀ ਕਿ ਕੰਟੀਨਿਊਸ 에ਅਰਵੇ ਪ੍ਰੈਸ਼ਰ ਮਸ਼ੀਨ ਰਾਹੀਂ ਉਹ ਰਾਤ ਨੂੰ ਸ਼ਾਂਤੀ ਨਾਲ ਸੌਂ ਪਾਉਂਦੇ ਨੇ। ਵਾਈਟ ਹਾਊਸ ਦੇ ਬੁਲਾਰੇ ਨੇ ਕਿਹਾ ਹੈ ਕਿ ਰਾਸ਼ਟਰਪਤੀ ਦੇ ਮੈਡੀਕਲ ਹਿਸਟਰੀ ਤੋਂ ਪਤਾ ਲੱਗਦਾ ਹੈ ਕਿ ਉਹ 2008 ਤੋਂ ਨੀਂਦ ਦੀ ਸਮੱਸਿਆ ਦੇ ਨਾਲ ਜੂਝ ਰਹੇ ਨੇ। ਬੀਤੀ ਰਾਤ ਉਹਨਾਂ ਨੇ CAPA ਮਸ਼ੀਨ ਦੀ ਵਰਤੋਂ ਕੀਤੀ। ਇਹ ਇਸ ਤਰ੍ਹਾਂ ਦੀ ਮੈਡੀਕਲ ਹਿਸਟਰੀ ਵਾਲੇ ਲੋਕਾਂ ਲਈ ਬੇहद ਆਮ ਗੱਲ ਹੈ। ਰਿਪੋਰਟ ਦੇ ਮੁਤਾਬਕ ਅਮਰੀਕੀ ਰਾਸ਼ਟਰਪਤੀ ਬਾਈਡਨ ਸਾਹ ਲੈਣ ਵਾਲੀ ਮਸ਼ੀਨ ਦੀ ਵਰਤੋਂ ਕਰਦੇ ਨੇ। ਸੌਣ ਵੇਲੇ ਉਹਨਾਂ ਨੂੰ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ। ਦੱਸਿਆ ਗਿਆ ਹੈ ਕਿ ਇਸ ਬਿਮਾਰੀ ਦਾ ਨਾਮ ਸਲੀਪ ਐਪਨੀਆ ਹੈ, ਜਿਸ ਕਾਰਨ ਰਾਸ਼ਟਰਪਤੀ ਨੂੰ ਚੰਗੀ ਤਰ੍ਹਾਂ ਨੀਂਦ ਨਹੀਂ ਆ ਰਹੀ ਹੈ। ਸਭ ਤੋਂ ਪਹਿਲਾਂ ਇੱਕ ਨਿਊਜ਼ ਏਜੰਸੀ ਨੇ कुछ दिन पहला अमरीकी राष्ट्रपति के द्वारा CAPA मशीन की वरतों की रिपोर्ट प्रकाशित की सी। दस्या गया कि उन्होंने अपनी नींद की समस्या सुधारन के लिए कुछ हफ्तियों तक CAPA की वरतों करनी पई। हाल ही के दिनों के एक प्रैस कॉन्फ्रेंस के दौरान मीडिया ने जो बाइडन के चेहरे पर एक चौड़े पट्टे का निशान देखा, जिस तो बाद अंदाजा लगाया गया कि ਉਹ ਸਾਹ ਲੈਣ ਦੇ ਲਈ ਇਸ ਦੀ ਵਰਤੋਂ ਕਰ ਰਹੇ ਨੇ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦਾ ਕਾਰਜਕਾਲ 2024 ਵਿੱਚ ਖਤਮ ਹੋ ਰਿਹਾ ਹੈ। ਆਪਣੀ ਵੱਧਦੀ ਉਮਰ ਦੇ ਬਾਵਜੂਦ ਉਹਨਾਂ ਨੇ ਦੂਜੀ ਵਾਰ ਰਾਸ਼ਟਰਪਤੀ ਬਣਨ ਦੀ ਇੱਛਾ ਵੀ ਪ੍ਰਗਟਾਈ ਹੈ, ਜੋ ਉਹਨਾਂ ਦੀ ਡੈਮੋਕ੍ਰੈਟਿਕ ਪਾਰਟੀ ਦੇ ਮੈਂਬਰਾਂ ਲਈ ਚਿੰਤਾ ਦਾ ਵਿਸ਼ਾ ਹੈ। ਤੁਹਾਨੂੰ ਦੱਸ ਦਈਏ ਕਿ ਬਾਈਡਨ ਦੀ ਲੋਕਪ੍ਰਿਯਤਾ ਨੂੰ ਲੈ ਕੇ ਇੱਕ ਨਿਊਜ਼ ਚੈਨਲ ਵੱਲੋਂ ਸਰਵੇਖਣ ਕਰਵਾਇਆ ਗਿਆ, ਜਿਸ ਵਿੱਚ ਉਹਨਾਂ ਦੀ ਰੇਟਿੰਗ 43% आई है। ये रेटिंग काफ़ी नहीं है जिस दे आधार ते ये कहा जा सके कि वो दूजी बार जितणगे। अमरीका के मिसिसिपी राज विच रैनकिन काउंटी शैरिफ दफ्तर वालों अपने 6 डिप्टियां नूं काले व्यक्तियों ते तशद्दद करन दे मामले च बर्खास्त कर देने की खबर है। पुलिस अफसरां दे विरुद्ध कार्रवाई काले व्यक्तियों वालों एक संघी अदालत विच मनुखी हक्कां बारे पटीशन दायर करन दे 2 हफ्ते बाद की गई। पटीशन दे विच दोष लगाया गया कि 6 डिप्टियां ने उन्हां दी निजी रिहाइश विच गैर कानूनी ढंग दे नाल दाखल होण उपरंत तकरीबन 2 घंटे तशद्दद किया। रैनकिन काउंटी दे शैरिफ बोले ने कि पत्रकारां नाल गलबात करदिआं कहा कि ताज़ा घटनाक्रम ते साडी अंदरूनी जांच के मद्देनज़र डिप्टियां नूं बर्खास्त कर दिता गया। शैरिफ ने ना ही बर्खास्त किए डिप्टियां की गिणती ते ना ही उन्हां दे नावां दा खुलासा किया। उन्होंने कहा कि डिप्टी इस वेले प्रशासनिक छुट्टी ते ने। शैरिफ ने डिप्टियां विरुद्ध दोषां बारे कुछ कहण तो भी ना कर दिती है। दायर पटीशन दे विच काले व्यक्तियां मिशेल ते एडी ने दोष लगाया कि इस साल जनवरी नूं 6 डिप्टी उन्हां दे ब्रैक्सटन विचले घर च बिना वारंट जबरन दाखल हुए। डिप्टियां ने उन्होंने हथकड़ियां ला के उन्होंने ठुड्डे मारे ते बार-बार टीजर की वरतों की। उन्होंने जिनसी शोषण की भी कोशिश की। US डिस्ट्रिक्ट कोर्ट मिसिसिपी च दायर पटीशन च शैरिफ ते 6 डिप्टियां नूं दोषी बनाया गया ते $40 करोड़ का मानहानि का दावा किया गया है। अमरीका के कैलीफोर्निया सूबे च पानी के ट्रक नाल टकराउण तो बाद एक ट्रेन पटड़ी तो उतर गई, जिस कारण 16 लोग जख्मी हुए। अधिकारियों ने वीरवार को यह जानकारी दी। अमरीकी राष्ट्रपति यात्री रेल मार्ग कंपनी के मालक ने दस्सिया है कि हादसा कैलीफोर्निया के दक्षिणी वेंचुरा काउंटी के शहर मुरपाक विच बुधवार को स्थानक समय के अनुसार सवेरे 11:15 ते होया। उन्होंने दस्सिया कि टैंकर कारण लॉस एंजलस तो सियाटल जा रही ट्रेन पटड़ी तो उतर गई, पर सीधी खड़ी रहन कारण वड्डा हादसा टल गया। कंपनी ने दस्सिया कि ट्रेन च करीब 198 यात्री और चालक दल के 13 मैंबर सवार सी, जिन्हां नूं सुरक्षित बाहर कढ़िया गया। पर घटना च जख्मी हुए ट्रक ड्राइवर की हालत गंभीर है, जबकि बाकी जख्मियों नूं मामूली सट्टां लगियां। वेंचुरा काउंटी शैरिफ के दफ्तर ने अपने फेसबुक पेज से घटना वाली थां ते फोटोस साझियां करते हुए लिखा कि हादसे दे विच ट्रेन और ट्रक का भारी नुकसान होया। स्थानक फायर और एमरजेंसी मैडिकल सेवावां लई टीमां ने घटना स्थान नूं साफ कर दिता। एमट्रैक ने कहा कि उसने स्थानक अधिकारियों के नाल तालमेल करके जांच शुरू की है। यूके की एक अदालत ने वीरवार को फैसला सुनाया कि प्रवासियों को इंग्लिश चैनल के पार खतरनाक यात्रा करने तो रोकने की कोशिश विच शरण मंगण वालियां नूं रवांडा भेजण की सरकार की योजना गैर कानूनी है। कोर्ट ऑफ अपील जजां ने कहा कि रवांडा नूं सुरक्षित तीजा देश नहीं मन्निया जा सकता जिथे प्रवासियों नूं भेजिया जा सकता है। तीजा देश शब्द उन्हां देशां लई वरतिया जांदा है
ਜੋ ਯੂਰੋਪੀਅਨ ਯੂਨੀਅਨ ਦੇ ਮੈਂਬਰ ਨਹੀਂ ਹਨ ਅਤੇ ਜਿਨ੍ਹਾਂ ਦੇ ਨਾਗਰਿਕਾਂ ਦੀ ਯੂਰੋਪੀਅਨ ਦੇਸ਼ਾਂ ਵਿੱਚ ਸੁਤੰਤਰਤਾ ਆਵਾਜਾਈ ਨਹੀਂ ਹੈ। ਸਰਕਾਰ ਦੇ ਇਸ ਫੈਸਲੇ ਨੂੰ ਬ੍ਰਿਟੇਨ ਦੀ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੇ ਜਾਣ ਦੀ ਸੰਭਾਵਨਾ ਹੈ। ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਕੰਜ਼ਰਵੇਟਿਵ ਸਰਕਾਰ ਨੇ ਕਿਸ਼ਤੀਆਂ ਨੂੰ ਰੋਕਣ ਦਾ ਵਾਅਦਾ ਕੀਤਾ ਹੈ। यूके च दाखिल होने की उम्मीद रखने वाले बहुत सारे प्रवासी उत्तरी फ्रांस तो किश्ती राही अपनी यात्रा शुरू करते हैं। 2022 च इंग्लिश चैनल नूं पार करके 45,000 तो वध लोग ब्रिटेन पहुंचे ते इस कोशिश विच कई लोगों की मौत हुई। यूके ते रवांडा दीयां सरकारां 1 साल तो वध समा पहलां इस गल ते सहमत होईयां सन कि छोटियां किश्तियां ते यूके आउण वाले प्रवासियां नूं रवांडा भेजिया जाएगा अते उत्थे शरण मंगण वालियां दे दावियां ते कार्रवाई कीती जाएगी। जिन्हां नूं शरण दित्ती गई है ਉਹ यूके वापस जाण दी बजाए पूर्वी अफ्रीकी देश विच ही रहणगे। अमरीका च न्यूयॉर्क के कार्नेगी कॉरपोरेशन द्वारा बुधवार नूं जारी की गई महान प्रवासियों की इस साल की सूची में विश्व बैंक के प्रधान अजय बंगा, ऑस्कर जेतू हुई क्यांग, गायक गीतकार अल्नासिस ਅਤੇ ਹੋਰ भी शामिल ने। फाउंडेशन देश ਵਿੱਚ प्रवासियों के योगदान ਅਤੇ लोकतंत्र ਨੂੰ मजबूत ਕਰਨ ਵਿੱਚ ਉਹਨਾਂ ਦੇ योगदान ਨੂੰ ਦਰਸਾਉਣ ਦੇ ਲਈ 2006 ਤੋਂ ਅੱਗੇ ਪ੍ਰਵਾਸੀ ਅਮਰੀਕੀਆਂ ਦੀ ਸਾਲਾਨਾ ਸੂਚੀ ਤਿਆਰ ਕਰ ਰਹੀ ਹੈ। ਨਿਊਯਾਰਕ ਦੇ ਕਾਰਨੇਗੀ ਕਾਰਪੋਰੇਸ਼ਨ ਦੇ ਪ੍ਰਧਾਨ ਅਤੇ ਆਇਰਿਸ਼ ਦੇ ਜਨਮੇ ਡੇਮ ਨੇ ਕਿਹਾ ਕਿ ਇਹ ਅਸਧਾਰਨ ਲੋਕ ਨੇ। ਮੈਨੂੰ ਲੱਗਦਾ ਹੈ ਕਿ ਅਮਰੀਕਾ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਇਹਨਾਂ ਲੋਕਾਂ ਦੀਆਂ हर साल शानदार सकारात्मक कहानियां पेश करना महत्वपूर्ण है। हालांकि उन्होंने शनिवार को कहा कि इमीग्रेशन का मुद्दा वधेरे सियासी बन गया। इस साल की सूची में 6 महाद्वीपों के 33 देशों के 35 सन्मानित व्यक्ति शामिल ने जो उद्यम तो लैके सिक्ख्या ते कला तक खेत्रों च मोहरी ने। इन्हां च विश्व बैंक के भारतीय मूल के प्रधान अजय बंगा, इराकी मूल के फोटोग्राफर बसाम अल बदरी, पोलैंड के नोबल पुरस्कार जेतू रोल्ड हॉफमैन, यूनीसेफ के सद्भावना राजदूत ਅਤੇ ਬਾਨਨ मूल की गायिका एंजेलिक, विश्व व्यापार संगठन के डायरैक्टर जनरल ਅਤੇ नाइजीरियन मूल की गोजी ओकेंजो इवालियन ਅਤੇ होर भी कई शामिल ने। नासा चंद्रमा की सिटी की खुदाई करन ਅਤੇ चंद्रमा की सतह ते एक प्रोसैसिंग प्लांट स्थापित करन की योजना के नाल पुलाड़ विच एक टेस्ट ड्रिल भेजेगा। नासा के जॉनसन स्पेस रॉकेट विज्ञानी गिराल्ड ने कहा कि असीं खुदाई के पड़ाव च निवेश करन दे लई स्रोतां नूं समझण की कोशिश कर रहे हां। असीं जोखम नूं घट करन की कोशिश कर रहे हां तां जो बाहरी निवेश समझ विच आए जिस नाल विकास ਅਤੇ उत्पादन हो सके। रॉकेट विज्ञानी गिराल्ड ने कहा कि इस मिशन का एक उद्देश्य पुलाड़ विच व्यापारक मौकिਆਂ ਨੂੰ ਅੱਗੇ ਵਧਾਉਣਾ है। गिराल्ड सैंडर्स ने अगे कहा कि एजेंसी व्यापारक निवेश ਨੂੰ आकर्षित करने के टीचिਆਂ वजों ऊर्जा, पानी ਅਤੇ चंद्रमा की मिट्टी समेत संभावी स्रोतों की गिणती करने की कोशिश कर रही है। चंद्रमा ते वसीले मुहैया करवाउण लई लागतां 'ਚ कटौती के नाल-नाल सर्कुलर इकनॉमी का विकास करना होएगा। आस्ट्रेलियन स्पेस एजेंसी के सहायक निर्देशक सैमुअल ने कहा कि उन्होंने देश की पुलाड़ एजेंसी अर्ध ऑटोनोमस रोवर विकसित करने की प्रक्रिया विच है। 2026 के शुरू च नासा मिशन के रेगोलिथ के नमूने लैण की योजना वल अगवाई करता है। 24 जून को अमरीकी पॉप गायिका मैडोना अचानक गंभीर बैक्टीरियल इन्फैक्शन की लपेट में आ गई है जिस कारण उन्होंने न्यूयॉर्क सिटी हॉस्पिटल के ICU में दाखिल करवाया गया है। दस्सिया जा रहा कि वह बेहोश सी ते कोई जवाब नहीं दे रही सी। उन्होंने मैनेजर के दस्सण के मुताबिक मैडोना की हालत च सुधार हो रहा है पर उन्होंने अजे भी डॉक्टरी देखभाल की लोड़ है। रिपोर्ट्स के मुताबिक 64 साला गायिका हॉस्पिटल ले जाए जाने तो बाद डॉक्टरों की निगरानी हेठ घट्टो घट्ट 1 रात तक इंट्यूब्यूशनस करवानी पई। उम्मीद है कि वह जल्दी फिट हो जाएगी। एक इंस्टाग्राम पोस्ट के द्वारा उन्होंने स्थिति को अपडेट किया गया। इसके मुताबिक उन्होंने बैक्टीरिया की इन्फैक्शन हो गई सी जिस कारण उन्होंने कई दिन ICU में गुजारने पे। फिलहाल उन्होंने सारिया कमिटमेंट्स और शो होल्ड्स ते ने। दस्सिया जा रहा कि मैडोना रोजाना 12-12 घंटे रिहर्सल करती सी। ज्यादा काम कारण उन्होंने हालत बिगड़ गई है। मैडोना के मैनेजर ने दस्सिया कि उन्होंने हालत में सुधार हो रहा पर उन्होंने अजे भी डॉक्टरी देखभाल की लोड़ है। भारत अमरीका की भाईवाली ਨੂੰ ना केवल दोवें देशों सगों पूरी दुनिया ਲਈ लाभकारी करार दिंदिਆਂ अमरीका के राजदूत एरिक ने बुधवार ਨੂੰ किहा कि प्रधानमंत्री नरेंद्र मोदी की पिछले हफ्ते संपन्न यात्रा तो पता लगता है कि यह साझेदारी एक महान रफ्तार नाल अगे बढ़ रही है। इंडियन इंस्टीट्यूट ऑफ टैक्नोलॉजी दिल्ली विखे एक प्रोग्राम ਨੂੰ संबोधन करदਿਆਂ उन्होंने कहा कि दौरे दौरान ऐलाने गए प्रोजेक्टों और परिवर्तनशील पहलकदमियों के नाल ना केवल दोवां देशों ਨੂੰ सगों दुनिया ਨੂੰ भी फायदा होएगा। गौरसाटी ने कहा कि भारत और अमरीका कोल इंडो पैसिफिक खेतर और उस तो बाहर शांति और स्थिरता ਨੂੰ यकीनी बनाउण दी शक्ति है। उन्होंने कहा कि साडे कोल
ਕੋਲ ਬੇਅੰਤ ਮੌਕਿਆਂ ਦਾ ਭਵਿੱਖ ਹੈ। ਉਹਨਾਂ ਨੇ ਦੁਨੀਆ ਦੇ 2 ਪ੍ਰਮੁੱਖ ਲੋਕਤੰਤਰਾਂ ਦੇ ਇਕੱਠੇ ਕੰਮ ਕਰਨ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਕਿਹਾ, ਅਸੀਂ ਜ਼ੋਰ ਜ਼ਬਰਦਸਤੀ ਖਿਲਾਫ ਇਕੱਠੇ ਖੜੇ ਹੋ ਸਕਦੇ ਹਾਂ, ਅਸੀਂ ਸ਼ਾਂਤੀ ਲਈ ਇਕੱਠੇ ਖੜੇ ਹੋ ਸਕਦੇ ਹਾਂ। ਰਾਜਦੂਤ ਨੇ ਅਹਿਮ ਅਤੇ ਉੱਭਰ ਰਹੀਆਂ ਟੈਕਨੋਲੋਜੀਆਂ ਦੇ ਖੇਤਰ ਵਿੱਚ ਭਾਰਤ ਅਮਰੀਕਾ ਭਾਈਵਾਲੀ ਨੂੰ ਵਧਾਉਣ ਦੇ ਮਹੱਤਵ ਨੂੰ ਵੀ ਰੇਖਾਂਕਿਤ ਕੀਤਾ। ਵਾਈਟ ਹਾਊਸ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਦੌਰਾਨ ਉਹਨਾਂ ਦੀ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਨਾਲ ਸਾਂਝੀ ਪ੍ਰੈਸ ਕਾਨਫਰੰਸ ਦੇ ਦੌਰਾਨ ਭਾਰਤ ਵਿੱਚ ਧਾਰਮਿਕ ਅਧਿਕਾਰਾਂ ਦੇ ਬੋਲਣ ਦੀ ਆਜ਼ਾਦੀ ਬਾਰੇ ਸਵਾਲ ਪੁੱਛਣ ਵਾਲੀ ਵਾਲ ਸਟਰੀਟ ਦੀ ਪੱਤਰਕਾਰ ਸਬਰੀਨਾ ਸਦੀਕੀ ਨੂੰ ਪਰੇਸ਼ਾਨ ਕਰਨਾ ਕਿਸੇ ਵੀ ਹਾਲਤ ਵਿੱਚ ਪ੍ਰਵਾਨ ਨਹੀਂ ਹੈ। ਵਾਈਟ ਹਾਊਸ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਬੁਲਾਰੇ ਜੌਨ ਕਿਰਬੀ ਨੂੰ ਜਦੋਂ ਇੱਕ ਪ੍ਰੈਸ ਮਿਲਣੀ ਦੇ ਦੌਰਾਨ ਪੁੱਛਿਆ ਗਿਆ ਕਿ ਸਦੀਕੀ ਨੂੰ ਆਨਲਾਈਨ ਬਹੁਤ ਬੁਰੀ ਤਰ੍ਹਾਂ ਪਰੇਸ਼ਾਨ ਕੀਤਾ ਜਾ ਰਿਹਾ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਤਾਂ ਉਹਨਾਂ ਨੇ ਕਿਹਾ ਕਿ ਅਸੀਂ ਅਜਿਹੀਆਂ ਰਿਪੋਰਟਾਂ ਤੋਂ ਜਾਣੂ ਹਾਂ, ਅਜਿਹਾ ਪ੍ਰਵਾਨ ਨਹੀਂ ਹੈ ਤੇ ਅਸੀਂ ਪੱਤਰਕਾਰ ਨੂੰ ਕਿਸੇ ਵੀ ਹਾਲਤ ਵਿੱਚ ਪਰੇਸ਼ਾਨ ਕਰਨ ਦੀ ਸਖਤ ਨਿੰਦਾ ਕਰਦੇ ਹਾਂ। ਵਾਈਟ ਹਾਊਸ ਦੇ ਪ੍ਰੈਸ ਸਕੱਤਰ ਕ੍ਰਾਇਨ ਜੀਨ ਪੀਰ ਨੇ ਵੀ ਜਾਰੀ ਇੱਕ ਬਿਆਨ 'ਚ ਕਿਹਾ ਕਿ ਅਸੀਂ ਪ੍ਰੈਸ ਦੀ ਆਜ਼ਾਦੀ ਪ੍ਰਤੀ ਦ੍ਰਿੜ ਸੰਕਲਪ ਹਾਂ ਤੇ ਪੱਤਰਕਾਰਾਂ ਨੂੰ ਡਰਾਉਣ ਧਮਕਾਉਣ ਤੇ ਪਰੇਸ਼ਾਨ ਕਰਨ ਦੀ ਕਿਸੇ ਵੀ ਕੋਸ਼ਿਸ਼ ਦੀ ਨਿੰਦਾ ਕਰਦੇ ਹਾਂ। ਜ਼ਿਕਰਯੋਗ ਹੈ ਕਿ ਇਹ ਮੁੱਦਾ ਲਗਾਤਾਰ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹੈ। ਕੈਲੀਫੋਰਨੀਆ ਦੇ ਟੈਕ ਕੰਪਨੀ ਐਪਲ ਦੀ ਇੱਕ ਛੋਟੀ ਜਿਹੀ ਡਿਵਾਈਸ 에ਅਰ ਟੈਗ ਦੀ ਵਰਤੋਂ ਨਾਲ ਜ਼ਰੂਰੀ ਚੀਜ਼ਾਂ ਨੂੰ ਗੁਆਚਣ ਤੋਂ ਬਚਾਇਆ ਜਾ ਸਕਦਾ ਹੈ ਅਤੇ ਟਰੈਕ ਕੀਤਾ ਜਾ ਸਕਦਾ ਹੈ, ਪਰ ਇੱਕ ਮਜ਼ੇਦਾਰ ਮਾਮਲੇ ਦੇ ਵਿੱਚ ਇਸ ਕਰਕੇ ਚੋਰ ਵੀ ਫੜੇ ਗਏ। 에ਅਰ ਟੈਗ ਦੀ ਮਦਦ ਦੇ ਨਾਲ ਯੂਜ਼ਰਸ ਉਹਨਾਂ ਦੇ ਸਮਾਨ, ਚਾਬੀਆਂ, ਪਾਲਤੂ ਜਾਨਵਰਾਂ ਤੇ ਗੱਡੀਆਂ ਨੂੰ ਸੁਰੱਖਿਅਤ ਰੱਖ ਸਕਦੇ ਨੇ, ਪਰ ਲਿਸਟ ਇੱਥੇ ਖਤਮ ਨਹੀਂ ਹੁੰਦੀ। ਇਹ ਡਿਵਾਈਸ ਚੋਰੀ ਦੇ ਵੱਡੇ ਮਾਮਲੇ ਵੀ ਅਹਿਮ ਸਾਬਤ ਹੋਈ ਹੈ। ਮਾਮਲਾ ਟੈਕਸਸ ਦੇ ਹਿਊਸਟਨ ਦਾ ਹੈ, ਜਿੱਥੇ ਲੋਕਾਂ ਦੀਆਂ ਕਾਰਾਂ 'ਚੋਂ ਚੀਜ਼ਾਂ ਚੋਰੀ ਹੋਣ ਦੇ ਕਈ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ। ਚੋਰ ਇੱਥੇ ਦੱਬੀਆਂ ਹੋਈਆਂ ਲੋਕਾਂ ਦੀਆਂ ਕਬਰਾਂ ਪੁੱਟ ਕੇ ਉਹਨਾਂ ਵਿੱਚੋਂ ਕੀਮਤੀ ਸਮਾਨ ਚੋਰੀ ਕਰਦੇ ਨੇ। ਸਥਾਨਕ ਖਬਰ ਪ੍ਰਕਾਸ਼ਨ ਦੀ ਰਿਪੋਰਟ ਦੇ ਮੁਤਾਬਕ ਬਰਾਜ਼ੋਰੀਆ ਖੇਤਰ ਵਿੱਚ ਸੈਂਕੜਿਆਂ ਗ੍ਰੈਵਸਾਈਟਸ ਜਾਂ ਕਬਰਾਂ ਦੁਆਰਾ ਖੋਦੀਆਂ ਗਈਆਂ ਨੇ। ਦਾਅਵਾ ਕੀਤਾ ਜਾ ਰਿਹਾ ਕਿ ਅਜਿਹਾ ਕਰਦੇ ਹੋਏ ਚੋਰ ਹਜ਼ਾਰਾਂ ਡਾਲਰ ਮੁੱਲ ਦਾ ਕਾਂਸੇ ਦਾ ਸਮਾਨ ਉਡਾ ਕੇ ਫਰਾਰ ਹੋ ਗਏ। ਚੋਰਾਂ ਤੋਂ ਚਿੰਤਿਤ ਇੱਕ ਪਰਿਵਾਰ ਨੇ ਟੈਕਨੋਲੋਜੀ ਦੀ ਮਦਦ ਲੈਣ ਦਾ ਫੈਸਲਾ ਕੀਤਾ ਤੇ ਚੁੱਪ-ਚਪੀਤੇ 에ਅਰ ਟੈਗ ਨੂੰ ਕਬਰ ਦੇ ਸਮਾਨ ਵਿੱਚ ਲੁਕੋ ਦਿੱਤਾ। ਟੋਨੀ ਨੇ ਕਿਹਾ ਕਿ ਉਸਨੇ ਟੈਕਸਸ ਦੇ ਕਲੂਟ ਵਿੱਚ ਰੈਸਟਵੁੱਡ ਮੈਮੋਰੀਅਲ ਪਾਰਕ ਵਿੱਚ ਆਪਣੇ ਚਾਚੇ ਦੀ ਕਬਰ ਵਿੱਚ ਸਮਾਨ ਦੇ ਨਾਲ 에ਅਰ ਟੈਗ ਨੂੰ ਲੁਕੋਇਆ ਸੀ। ਉਸਨੇ ਦੱਸਿਆ ਕਿ ਲਗਾਤਾਰ ਕਬਰਾਂ ਤੇ ਚੋਰੀ ਦੀਆਂ ਵਾਰਦਾਤਾਂ ਕਾਰਨ ਉਸਨੂੰ ਇਹ ਕਦਮ ਚੁੱਕਣਾ ਪਿਆ। ਟੋਨੀ ਨੂੰ ਇਸ ਗੱਲ ਦਾ ਡਰ ਸੀ ਜੋ ਹੋਇਆ ਔਰ ਕੁਝ ਦਿਨਾਂ ਬਾਅਦ ਕਬਰ ਵਿੱਚੋਂ ਸਮਾਨ ਚੋਰੀ ਹੋਇਆ। ਉਸਨੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਤੇ 에ਅਰ ਟੈਗ ਦੀ ਲੋਕੇਸ਼ਨ ਦਾ ਪਤਾ ਲਗਾਇਆ। ਪਤਾ ਲੱਗਾ ਕਿ ਸਮਾਨ ਕਬਰ ਤੋਂ ਕਰੀਬ 45 ਮਿੰਟ ਦੀ ਦੂਰੀ ਤੇ ਘਰ 'ਚ ਮੌਜੂਦ ਸੀ। ਪੁਲਿਸ ਨੇ ਕਿਹਾ ਕਿ ਯੂਜ਼ਰਸ ਨੇ ਸਾਨੂੰ ਲੌਗਇਨ ਜਾਣਕਾਰੀ ਪ੍ਰਦਾਨ ਕੀਤੀ ਤੇ 에ਅਰ ਟੈਗ ਨੂੰ ਟਰੈਕ ਕਰਨ ਦੀ ਆਗਿਆ ਦੇਣ ਤੋਂ ਬਾਅਦ ਅਸੀਂ ਚੋਰਾਂ ਦਾ ਪਤਾ ਲਾਇਆ। ਪਤਾ ਲੱਗਾ ਕਿ ਚੋਰ ਬਰਜ਼ੋਰੀਆ ਦੇ ਬਾਹਰ ਇੱਕ ਘਰ ਵਿੱਚ ਮੌਜੂਦ ਸਨ। ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਨਾ ਕੇਵਲ ਚੋਰ ਫੜੇ ਗਏ, ਸਗੋਂ ਉਹਨਾਂ ਦੇ ਕੋਲੋਂ $62,000 ਤੋਂ ਵੱਧ ਦਾ ਸਮਾਨ ਵੀ ਬਰਾਮਦ ਹੋਇਆ। ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਕ ਅਮਰੀਕਾ 'ਚ ਰਹਿਣ ਵਾਲੀ ਬੈਰੀ ਡਰਵਿਟ ਬਾਰਲੋ, ਜੀ ਹਾਂ, ਉਸਦੀ ਬੇਟੀ ਨੇ ਹਾਲ ਹੀ 'ਚ ਇੱਕ ਬੱਚੀ ਨੂੰ ਜਨਮ ਦਿੱਤਾ। ਪੋਤੀ ਦੇ ਜਨਮ ਤੋਂ ਬਾਅਦ ਬੈਰੀ ਨੇ ਇੰਸਟਾਗ੍ਰਾਮ ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਕੇ ਆਪਣੀ ਖੁਸ਼ੀ ਜ਼ਾਹਿਰ ਕੀਤੀ। ਪੋਤੀ ਨੂੰ ਕਰੋੜਾਂ ਰੁਪਏ ਦੀ ਹਵੇਲੀ ਅਤੇ ਟਰਸਟ ਫੰਡ ਦੀ ਤੋਹਫੇ ਵਜੋਂ ਦਿੱਤੀ ਗਈ। 51 ਸਾਲਾ ਬੈਰੀ ਨੇ ਆਪਣੀ ਪੋਤੀ ਦੇ ਨਾਂ ਤੇ ਕਰੀਬ 10 ਕਰੋੜ ਦਾ ਆਲੀਸ਼ਾਨ ਹਵੇਲੀ ਅਤੇ ਕਰੀਬ 52 ਕਰੋੜ ਦਾ ਟਰਸਟ ਫੰਡ ਦਿੱਤਾ ਹੈ। ਇੰਸਟਾਗ੍ਰਾਮ ਤੇ ਆਪਣੀ ਬੇਟੀ ਅਤੇ ਪੋਤੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਉਹਨਾਂ ਨੇ ਲਿਖਿਆ, ਅੱਜ ਮੇਰੀ 23 ਸਾਲ ਦੀ ਬੇਟੀ ਸੈਫਰਨ ਡਰਾਈਵਟ ਬਾਰਲੋ ਨੇ ਬੱਚੀ ਨੂੰ ਜਨਮ ਦਿੱਤਾ। ਅਸੀਂ ਬਹੁਤ ਖੁਸ਼ ਹਾਂ। ਅਸੀਂ ਆਪਣੀ ਪੋਤੀ ਨੂੰ ਨਾਮ ਦਿੱਤਾ ਹੈ। ਬੈਰੀ ਨੇ ਦੱਸਿਆ ਕਿ ਉਸਨੇ ਇਹ ਹਵੇਲੀ ਪਿਛਲੇ ਹਫ਼ਤੇ ਖਰੀਦੀ ਸੀ। ਉਹ ਇਸ ਦਾ ਇੰਟੀਰੀਅਰ ਆਪਣੀ ਪੋਤੀ ਦੇ ਹਿਸਾਬ ਦੇ ਨਾਲ ਡਿਜ਼ਾਈਨ ਕਰਵਾਏਗੀ ਕਿਉਂਕਿ ਇਹ ਹਵੇਲੀ ਉਸਦੀ ਪੋਤੀ ਦੀ ਬਣ ਗਈ ਹੈ। ਬਿਜ਼ਨਸਮੈਨ ਬੈਰੀ ਨੇ ਇੰਸਟਾਗ੍ਰਾਮ ਤੇ ਖੁਦ ਨੂੰ ਕਲਾਕਾਰ ਦੱਸਿਆ ਹੈ। ਇੱਕ ਰਿਪੋਰਟ ਦੇ ਮੁਤਾਬਕ ਉਹ 16,000 ਕਰੋੜ ਰੁਪਏ ਦੀ ਜਾਇਦਾਦ ਦਾ ਮਾਲਕ ਹੈ ਔਰ ਇਹ ਖਬਰ ਲਗਾਤਾਰ ਸੋਸ਼ਲ ਮੀਡੀਆ ਤੇ ਟ੍ਰੈਂਡ ਹੋ ਰਹੀ ਹੈ। ਇਹ ਖਬਰ ਅਮਰੀਕਾ ਤੋਂ ਹੈ। बुधवार ਨੂੰ ਅਮਰੀਕਾ ਦੇ ਸ਼ਾਰਲੋਟ ਡਗਲਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇੱਕ ਡੈਲਟਾ ਜਹਾਜ਼ ਬਿਨਾਂ ਫਰੰਟ ਲੈਂਡਿੰਗ ਗੇਅਰ ਤੇ ਉਤਰਿਆ। ਇਸ ਤੋਂ ਬਾਅਦ 에ਅਰਪੋਰਟ ਨੇ ਫੇਸਬੁੱਕ ਤੇ ਪੋਸਟ ਕਰਕੇ ਜਾਣਕਾਰੀ ਦਿੱਤੀ ਕਿ ਇਸ ਘਟਨਾ ਦੇ ਵਿੱਚ ਕੋਈ ਯਾਤਰੀ ਜ਼ਖਮੀ ਨਹੀਂ ਹੋਇਆ। ਘਟਨਾ ਤੋਂ ਬਾਅਦ ਰਨਵੇ ਨੂੰ ਬੰਦ ਕਰ ਦਿੱਤਾ ਗਿਆ ਅਤੇ ਚਾਲਕ ਦਲ ਜਹਾਜ਼ ਨੂੰ ਹਟਾਉਣ ਵਿੱਚ ਲੱਗ ਗਿਆ ਸੀ। ਜਾਣਕਾਰੀ ਦਿੰਦੇ ਹੋਏ ਡੈਲਟਾ ਪਲੇਨ ਨੇ ਦੱਸਿਆ ਕਿ ਫਲਾਈਟ ਸਥਾਨਕ ਸਮੇਂ ਅਨੁਸਾਰ ਸਵੇਰੇ 7:25 ਤੇ ਅਟਲਾਂਟਾ ਤੋਂ ਰਵਾਨਾ ਹੋਈ।
एयरलाइन ने अगे कहा कि बोइंग 717 जहाज विच 2 पायलट और 3 फ्लाइट अटेंडेंट समेत 96 यात्री सवार सी। इस दौरान जिवें जहाज शारलोट डगल्स अंतरराष्ट्रीय हवाई अड्डे ते पहुंचा तो पायलट नूं सूचना दी गई कि नेज गियर असुरक्षित है। फिर चालक दल ने होर जांच करन दे लई एक खुंजी पहुंच प्रक्रिया शुरू की। हवाई ट्रैफिक कंट्रोल अधिकारियों नूं जांच करन दी आग्या देण दे लई जहाज शारलोट हवाई अड्डे ते एटीसी टावर तो लंघिया। डेल्टा ने कहा कि यह दर्शाउंदा है कि नोज लैंडिंग गियर दे दरवाजे खुले सी पर नोज गियर नूं उपर वल वधाया गया। जहाज विच सवार यात्रियों चों एक क्रिस ने ABC न्यूज़ नूं दस्सिया कि लैंडिंग के दौरान जहाज नूं कोई परेशानी नहीं हुई। उन्होंने चालक दल के काम की भी शलाघा की। अमरीका के साबका राष्ट्रपति डोनाल्ड ट्रंप ने उन्हां ते बलात्कार का दोष लगवाउण वाली कालम नवीस ते जवाबी मुकदमा दायर करते हुए दावा किया है कि शिकायतकर्ता ते उन्हां दे पैसे बकाया ने अते ज्यूरी वालों इस गल तो इनकार करन दे बाद भी वो उन्हां नूं बदनाम करन दे लई इस गल ते जोर दिंदी रही है कि उसके नाल बलात्कार होया। अमरीका विच मैनहट्टन फैडरल ज्यूरी ने साबका अमरीकी राष्ट्रपति ट्रंप नूं साल 1996 ਦੇ ਕਾਲਮ ਨਵੀਸ ਈ ਜੀਨ ਕੈਰੋਲ ਦੇ ਜਿੰਸੀ ਸ਼ੋਸ਼ਣ ਅਤੇ ਉਹਨਾਂ ਦੀ ਮਾਨਹਾਨੀ ਕਰਨ ਦਾ ਦੋਸ਼ ਪਾਇਆ। ਅਦਾਲਤ ਨੇ ਟਰੰਪ ਨੂੰ $50 ਲੱਖ ਦਾ ਜੁਰਮਾਨਾ ਲਗਾਇਆ। ਹਾਲਾਂਕਿ ਅਦਾਲਤ ਨੇ ਕਿਹਾ ਸੀਗਾ ਕਿ ਕੈਰੋਲ ਇਹ ਸਾਬਤ ਕਰਨ ਵਿੱਚ ਅਸਫਲ ਰਹੀ ਹੈ ਕਿ ਟਰੰਪ ਨੇ ਉਸ ਨਾਲ ਬਲਾਤਕਾਰ ਕੀਤਾ ਸੀ। कैरोल ने दोष लगाया सीगा कि साबका राष्ट्रपति ने मैनहट्टन के एक डिपार्टमेंट स्टोर में उस नाल बलात्कार किया। ट्रंप की नुमाइंदगी करने वाले वकील अलीना हब्बा और माइकल टी मार्डियोना ने मंगलवार देर रात मुकदमा दायर करते हुए कहा कि कैरोल नूं ट्रंप नूं दंडकारी हरजाना अदा करना चाहिए और अपने मानहानि वाले बयानों नूं वापस लेना चाहिए। जिक्रयोग है कि ट्रंप ने वख-वख औरतां वल्लों खुद ते लगाए जिनसी शोषण और जिनसी दुर्व्यवहार के दोषां नूं लगातार नकारिया है। उन्हां दा दावा है कि दोष सियासत तो प्रेरित ने ते उन्हां दे अक्स नूं खराब करन दी साजिश ते ने तां जो वो वाइट हाउस की दौड़ विच शामिल ना हो सकन। भारत ने आर्टेमिस समझौते विच शामिल होकर नासा नाल सहयोग स्थापित करके पुलाड़ खोज के खेतर विच एक महत्वपूर्ण कदम चुक्या है। यह घोषणा भारत के प्रधानमंत्री नरेंद्र मोदी और राष्ट्रपति जो बाइडन विचकार मुलाकात तो पहला हुई सी, जिसने मनुखता के फायदे लिए पुलाड़ खोज नूं अगे वधाउण दे लई भारत की वचनबद्धता नूं रेखांकित किया। यह लेख आर्टेमिस समझौते के वेरविਆਂ की खोज करता है ਅਤੇ 2024 इंटरनेशनल पुलाड़ स्टेशन तक नासा ਅਤੇ भारतीय पुलाड़ खोज संगठन यानी कि इसरो विचकार आने वाले संयुक्त मिशन नूं उजागर करता है। आर्टेमिस समझौते विच शामिल होने के भारत के फैसले के नाल इसरो और नासा अपने सहयोग नूं मजबूत करने के लिए तैयार ने। दोवें पुलाड़ एजेंसियां मौजूदा साल विच मनुखी स्पेस फ्लाइट सहयोग लई रणनीतिक ढांचा विकसित कर रही हैं। इस तो इलावा अंतरराष्ट्रीय पुलाड़ स्टेशन लई एक संयुक्त मिशन 2024 लई तय किया गया जो पुलाड़ खोज नूं अगे वधाउण दे लई भारत और संयुक्त राज अमरीका की सांझी वचनबद्धता का प्रतीक है। आर्टेमिस समझौते विच भारत की भागीदारी और नासा नाल इसका सहयोग देश के पुलाड़ खोज यत्नां विच महत्वपूर्ण मील पत्थर की निशानदेही करता है। पुलाड़ खोज के भविख नूं आकार देण ते पारदर्शिता सहयोग और सुरक्षा के सिद्धांतां प्रति वचनबद्धता दे विच समान विचारधारा वाले राष्ट्रां विच शामिल होकर भारत का उद्देश मनुख जाति की बाहरी पुलाड़ की खोज की समूहिक तरक्की च योगदान पाउणा है। विश्व बैंक ने श्रीलंका नूं मौजूदा आर्थिक संकट ते काबू पाउण ते गरीबां ते कमजोर लोकां नूं राहत प्रदान करन च मदद करन दे लई $700 मिलियन अमरीकी की वित्तीय सहायता नूं मंजूरी दित्ती है। मार्च विच IMF सौदे तो बाद यह सब तो वड्डी फंडिंग किश्त है। यह टापू देश विच इस समय इतिहास के सब तो भैड़े आर्थिक संकट का सामना कर रहा है। देश की अर्थव्यवस्था दे विच 2022 च 7% तो वध दी गिरावट दर्ज की गई। आर्थिक मंदहाली कारण लोगों नूं सड़कों ते व्यापक प्रदर्शन किए। उन्होंने इस कारण श्रीलंका के शक्तिशाली राजपक्षे परिवार नूं राजनीति तो बाहर होना पिया। वाशिंगटन स्थित विश्व बैंक के बोर्ड ऑफ डायरैक्टर्स ने बुधवार नूं श्रीलंका के मौजूदा आर्थिक संकट से काबू पाउण अते गरीबां अते कमजोर लोकां नूं राहत प्रदान करने के लिए $700 मिलियन की वित्तीय सहायता नूं मंजूरी दी। इस रकम के विचों $500 करोड़ बजट सहायता लिए $200 करोड़ समाजिक सुरक्षा लिए दिते गए। अंतरराष्ट्रीय मुद्रा फंड ने पिछले साल मार्च विच
2.9 ਅਰਬ ਅਮਰੀਕੀ ਡਾਲਰ ਦੀ ਵਿਸਤ੍ਰਿਤ ਸਹੂਲਤ ਪ੍ਰਦਾਨ ਕਰਨ ਦੇ ਲਈ ਸਹਿਮਤੀ ਦਿੱਤੀ ਸੀ। ਉਦੋਂ ਤੋਂ ਇਹ ਸਭ ਤੋਂ ਵੱਡੀ ਰਾਹਤ ਹੈ। ਮਾਰਚ ਵਿੱਚ ਉਸਨੇ ਆਰਥਿਕ ਸੰਕਟ ਨੂੰ ਦੂਰ ਕਰਨ ਵਿੱਚ ਦੂਜੇ ਦੇਸ਼ਾਂ ਤੋਂ ਇਸ ਦੀ ਮਦਦ ਦੇ ਲਈ ਸ਼੍ਰੀਲੰਕਾ ਲਈ $3 ਬਿਲੀਅਨ ਦੇ ਬੇਲ ਆਊਟ ਪ੍ਰੋਗਰਾਮ ਨੂੰ ਮਨਜ਼ੂਰੀ ਦਿੱਤੀ। ਗੂਗਲ ਨੇ ਵੀਰਵਾਰ ਨੂੰ ਸਪਸ਼ਟ ਕੀਤਾ ਹੈ ਕਿ ਲਿਬਰਲ ਸਰਕਾਰ ਦੇ ਆਨਲਾਈਨ ਨਿਊਜ਼ ਐਕਟ ਕਰਕੇ ਉਹ ਆਪਣੇ ਪਲੇਟਫਾਰਮਸ ਤੋਂ ਕੈਨੇਡੀਅਨ ਖਬਰਾਂ ਹਟਾ ਦੇਗਾ ਤੇ ਲੋਕਲ ਪਬਲਿਸ਼ਰਸ ਦੇ ਨਾਲ ਚੱਲ ਰਹੀਆਂ ਆਪਣੀਆਂ ਡੀਲਸ ਨੂੰ ਵੀ ਖਤਮ ਕਰ ਲਏਗਾ। ਇਸ ਨਿਊਜ਼ ਐਕਟ ਵਿੱਚ ਗੂਗਲ ਤੇ ਮੈਟਾ ਵਰਗੀਆਂ ਡਿਜੀਟਲ ਕੰਪਨੀਆਂ ਨੂੰ ਕੈਨੇਡਾ ਦੇ ਮੀਡੀਆ ਆਊਟਲੈਟਸ ਦੀ ਸਮੱਗਰੀ ਪੋਸਟ ਕਰਨ ਬਦਲੇ ਅਦਾਇਗੀ ਕਰਨ ਦੇ ਲਈ ਆਖਿਆ ਗਿਆ ਹੈ। ਇਸ ਉੱਤੇ ਪ੍ਰਤੀਕਿਰਿਆ ਦਿੰਦਿਆਂ ਗੂਗਲ ਨੇ ਆਪਣੇ ਸਰਚ ਇੰਜਨ ਗੂਗਲ ਨਿਊਜ਼, ਗੂਗਲ ਡਿਸਕਵਰ ਤੋਂ ਸਿਰਫ ਕੈਨੇਡੀਅਨ ਪਬਲਿਸ਼ਰਸ ਤੇ ਰੀਡਰਸ ਲਈ ਨਿਊਜ਼ ਲਿੰਕ ਹਟਾਉਣ ਦਾ ਫੈਸਲਾ ਕੀਤਾ ਹੈ। ਕੈਨੇਡੀਅਨ ਯੂਜ਼ਰਸ ਅਜੇ ਵੀ BBC, ਨਿਊਯਾਰਕ ਟਾਈਮਸ ਤੇ ਫੋਕਸ ਨਿਊਜ਼ ਵਰਗੇ ਇੰਟਰਨੈਸ਼ਨਲ ਆਊਟਲੈਟਸ ਤੋਂ ਨਿਊਜ਼ ਸਰਚ ਕਰ ਸਕਣਗੇ। ਕੰਪਨੀ ਨੇ ਇਹ ਵੀ ਆਖਿਆ ਕਿ ਉਹ ਕੈਨੇਡਾ ਵਿੱਚ ਗੂਗਲ ਨਿਊਜ਼ ਸ਼ੋਕੇਸ ਨੂੰ ਵੀ ਖਤਮ ਕਰੇਗਾ। ਇਹ ਅਜਿਹਾ ਪ੍ਰੋਡਕਟ ਹੈ ਜਿਸ ਦੀ ਵਰਤੋਂ ਇਸ ਵੇਲੇ 150 ਤੋਂ ਵੱਧ ਲੋਕਲ ਪਬਲਿਸ਼ਰਸ ਤੋਂ ਨਿਊਜ਼ ਨੂੰ ਲਾਇਸੈਂਸ ਜਿਹੜੇ ਨੇ ਕਰਨ ਲਈ ਆਗਿਆ ਦਿੱਤੀ ਜਾਂਦੀ ਹੈ। ਵੀਰਵਾਰ ਨੂੰ ਇੱਕ ਇੰਟਰਵਿਊ ਵਿੱਚ ਗੂਗਲ ਲਈ ਗਲੋਬਲ ਅਫੇਅਰਸ ਤੇ ਇਸ ਦੀ ਪੇਰੈਂਟ ਕੰਪਨੀ ਐਲਫਾਬੈਟ ਦੇ ਪ੍ਰੈਜ਼ੀਡੈਂਟ ਕੈਂਟ ਵਾਕਰ ਨੇ ਆਖਿਆ ਕਿ ਇੱਕ ਵਾਰੀ ਇਸ ਕਾਨੂੰਨ ਦੇ ਪ੍ਰਭਾਵੀ ਹੋਣ ਮਗਰੋਂ ਅਸੀਂ ਇਹਨਾਂ ਐਗਰੀਮੈਂਟਸ ਨੂੰ ਜਾਰੀ ਨਹੀਂ ਰੱਖ ਸਕਾਂਗੇ। ਜ਼ਿਕਰਯੋਗ ਹੈ ਕਿ ਇਸ ਨਵੇਂ ਕਾਨੂੰਨ ਸੰਬੰਧੀ ਬਿੱਲ ਪਿਛਲੇ ਹਫ਼ਤੇ ਪਾਸ ਹੋਇਆ ਸੀ ਤੇ ਇਹ ਇਸ ਸਾਲ ਦੇ ਅੰਤ ਤੱਕ ਪ੍ਰਭਾਵੀ ਹੋ ਜਾਏਗਾ। ਵਾਕਰ ਨੇ ਦੱਸਿਆ ਕਿ ਗੂਗਲ ਦੇ ਫੈਸਲੇ ਬਾਰੇ ਉਹਨਾਂ ਵੱਲੋਂ ਕੈਨੇਡੀਅਨ ਹੈਰੀਟੇਜ ਮੰਤਰੀ ਪਾਬੋਲੋ ਰੋਡਰਿਗਜ਼ ਨੂੰ ਪੱਤਰ ਭੇਜ ਦਿੱਤਾ ਗਿਆ ਹੈ। ਇਸ ਦੌਰਾਨ ਕੈਨੇਡੀਅਨ ਹੈਰੀਟੇਜ ਮੰਤਰੀ ਪਾਬੋਲੋ ਨੇ ਆਖਿਆ ਕਿ ਗੂਗਲ ਦੇ ਇਸ ਐਲਾਨ ਤੋਂ ਉਹ ਕਾਫੀ ਹੈਰਾਨ ਨੇ। ਉਹਨਾਂ ਨੇ ਵੀਰਵਾਰ ਦੁਪਹਿਰ ਨੂੰ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਮੈਟਾ ਨਾਲ ਮਾਮਲਾ ਗੁੰਝਲਦਾਰ ਰਿਹਾ ਹੈ, ਪਰ ਗੂਗਲ ਦੇ ਅਧਿਕਾਰੀਆਂ ਨਾਲ ਤਾਂ ਉਹਨਾਂ ਦੀ ਵੀਰਵਾਰ ਸਵੇਰ ਤੱਕ ਗੱਲ ਹੁੰਦੀ ਰਹੀ ਹੈ। ਇਸ ਲਈ ਗੂਗਲ ਦੀ ਇਸ ਪ੍ਰਤੀਕਿਰਿਆ ਤੋਂ ਉਹ ਕਾਫੀ ਹੈਰਾਨ ਨੇ। ਉਹਨਾਂ ਨੇ ਆਖਿਆ ਕਿ ਅਜੇ ਤਾਂ ਕਾਨੂੰਨ ਪ੍ਰਭਾਵੀ ਵੀ ਨਹੀਂ ਹੋਇਆ ਤੇ ਕੰਪਨੀ ਨਾਲ ਗੱਲਬਾਤ ਚੱਲਦੀ ਹੋਣ ਕਰਕੇ ਉਹਨਾਂ ਨੂੰ ਆਸ ਹੈ ਕਿ ਕਿਸੇ ਨਾ ਕਿਸੇ ਸਾਂਝੇ ਹੱਲ ਉੱਤੇ ਪਹੁੰਚਿਆ ਜਾ ਸਕਦਾ ਹੈ। ਇਸ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ ਤੇ ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ ਜੀ। ਸ਼ੁਕਰੀਆ। ਸਤਿ ਸ਼੍ਰੀ ਅਕਾਲ।